ਆਫ ਏਸ਼ੀਆ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਜਾਣੀ ਕਿ ਦੀਪਕ ਸੰਧੀ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ। ਜਿਵੇਂ ਕਿ ਆਪਾਂ ਸਭ ਜਾਣੂ ਹਾਂ ਕਿ ਅਲਬਰਟਾ ਦਾ ਜਿਹੜਾ ਜਨਰਲ ਇਲੈਕਸ਼ਨ ਹੈ 2023 ਦਾ ਜਿਵੇਂ ਜਿਵੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਜਿਹੜੇ ਕੈਂਡੀਡੇਟਸ ਨੇ ਦੋਵਾਂ ਪਾਰਟੀਆਂ ਦੇ ਉਹ ਆਪਣੀ ਜਿਹੜੀ ਚੋਣ ਮੁਹਿੰਮ ਆ ਤੇਜ਼ੀ ਨਾਲ ਕਰ ਰਹੇ ਨੇ, ਚਾਹੇ ਉਹ ਡੋਰ ਟੂ ਡੋਰ ਨੂੰ ਹੋਵੇ, ਚਾਹੇ ਉਹ ਇੰਟਰਵਿਊਜ਼ ਨੂੰ ਲੈ ਕੇ ਹੋਵੇ ਜਾਂ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਦੀ ਮਿਲਣੀ ਹੋਵੇ। ਸੋ ਅੱਜ ਇਸੇ ਤਰ੍ਹਾਂ ਅਸੀਂ ਕੈਲਗਰੀ ਦੇ ਵਿੱਚ ਜਿਹੜੇ NDP ਪਾਰਟੀ ਦੇ ਕੈਂਡੀਡੇਟ ਨੇ ਕੈਲਗਰੀ ਨਾਰਥ ਈਸਟ ਤੋਂ ਮਿਸਟਰ ਗੁਰਿੰਦਰ ਬਰਾੜ ਜੀ, ਉਹਨਾਂ ਨਾਲ ਰੂਬਰੂ ਹੋਵਾਂਗੇ, ਗੱਲ ਕਰਾਂਗੇ ਇਲੈਕਸ਼ਨ ਦੀ ਤੇ ਗੱਲ ਕਰਾਂਗੇ ਕਿਉਂ ਉਹਨਾਂ ਨੇ ਇਹ ਜਿਹੜਾ NDP ਤੋਂ ਜਿਹੜਾ ਇਲੈਕਸ਼ਨ ਲੜਨ ਦਾ ਜਿਹੜਾ ਡਿਸੀਜਨ ਲਿਆ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਭ ਤੋਂ ਪਹਿਲਾਂ ਦੀਪਕ ਸੰਧੀ ਜੀ ਤੁਹਾਡਾ ਟਾਈਮਜ਼ ਆਫ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਥੈਂਕ ਯੂ ਫॉर ਹੈਵਿੰਗ ਮੀ। ਬਿਲਕੁਲ ਜੀ, ਗੁਰਿੰਦਰ ਜੀ ਅਸੀਂ ਗੱਲ ਕਰਾਂਗੇ ਜਿਹੜਾ ਤੁਹਾਡੀ ਰਾਈਡਿੰਗ ਹੈ ਨਾਰਥ ਈਸਟ ਜਿਹੜੀ ਆ, ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ NDP ਦਾ ਜਿਹੜਾ ਇਲੈਕਸ਼ਨ ਇਹ ਲੜ ਰਹੇ ਹੋ? ਹਾਂਜੀ, ਕੈਲਗਰੀ ਨਾਰਥ ਈਸਟ ਜਿਹੜੀ ਕਮਿਊਨਿਟੀਜ਼ ਹੈਗੀਆਂ ਜਿਹਦੇ ਵਿੱਚ ਸਿਟੀਸਕੇਪ, ਸਕਾਈ ਵਿਊ, ਕਾਰਨਰਸਟੋਨ, ਰੈਡਸਟੋਨ, ਕੋਵੈਂਟਰੀ ਹਿਲਸ, ਹਾਰਵੈਸਟ ਹਿਲਸ ਤੇ ਲਿਵਿੰਗਸਟਨ ਆਉਂਦੀਆਂ 7 ਕਮਿਊਨਿਟੀਜ਼ ਹੈ, ਜਿਹਦੇ ਵਿੱਚੋਂ 4-5 ਕਮਿਊਨਿਟੀਜ਼ ਜਿਹੜੀਆਂ ਉਹ ਫਾਸਟੈਸਟ ਗਰੋਇੰਗ ਕਮਿਊਨਿਟੀਜ਼ ਹੈਗੀਆਂ ਪੂਰੇ ਕੈਲਗਰੀ ਸ਼ਹਿਰ ਦੇ ਵਿੱਚ। ਜੇ ਮੈਂ ਗੱਲ ਕਰਾਂ ਇਕੱਲੇ ਕਾਰਨਰਸਟੋਨ ਦੀ ਤਾਂ ਇਨ ਲੌਂਗ ਰਨ ਉਹ ਕੈਲਗਰੀ ਦੀ ਸਭ ਤੋਂ ਵੱਡੀ ਕਮਿਊਨਿਟੀ ਬਣ ਜਾਣੀ ਹੈ ਜਦੋਂ ਉਹ ਡਿਵੈਲਪ ਹੋਗੀ। ਸੋ ਇਹਨਾਂ ਕਮਿਊਨਿਟੀਜ਼ ਦੇ ਵਿੱਚ ਜਿਹੜੀਆਂ ਬੇਸਿਕ ਫੈਸਿਲਿਟੀਜ਼ ਹੈ, ਫॉर ਐਗਜ਼ਾਮਪਲ ਜੇ ਆਪਾਂ ਗੱਲ ਕਰਨੀ ਹੋਵੇ ਐਜੂਕੇਸ਼ਨ ਨੂੰ ਲੈ ਕੇ, ਤਾਂ ਇਹਨਾਂ ਕਮਿਊਨਿਟੀਜ਼ ਦੇ ਵਿੱਚ ਸਿਟੀਸਕੇਪ ਦੇ ਵਿੱਚ ਜਿੱਥੇ ਮੈਂ ਖੁਦ ਆਪ ਰਹਿਣਾ ਉੱਥੇ ਕੋਈ ਸਕੂਲ ਨਹੀਂ, ਕਾਰਨਰਸਟੋਨ 'ਚ ਕੋਈ ਸਕੂਲ ਨਹੀਂ, ਰੈਡਸਟੋਨ 'ਚ ਕੋਈ ਸਕੂਲ ਨਹੀਂ, ਲਿਵਿੰਗਸਟਨ 'ਚ ਕੋਈ ਸਕੂਲ ਨਹੀਂ। ਬਹੁਤ ਸਾਰੇ ਜਿਹੜੇ ਮਾਂ-ਬਾਪ ਆ, ਬੱਚੇ ਆ, ਉਹਨਾਂ ਨੂੰ ਸਵੇਰੇ ਬਾਹਰ ਠੰਡ ਦੇ ਵਿੱਚ ਖੜਨਾ ਵੀ ਪੈਂਦਾ ਤੇ ਉਹਨਾਂ ਨੂੰ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ, ਬੱਸਾਂ ਲਾਸਟ ਮੋਮੈਂਟ ਤੇ ਕੈਂਸਲ ਹੋ ਜਾਂਦੀਆਂ, ਉਹਨਾਂ ਨੂੰ ਸਕੂਲਾਂ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ। ਇੱਕ ਤਾਂ ਸਭ ਤੋਂ ਪਹਿਲਾ ਜਿਹੜਾ ਇਸ਼ੂ ਆ ਉਹ ਐਜੂਕੇਸ਼ਨ ਦਾ, ਸਕੂਲਾਂ ਦਾ ਇਸ਼ੂ ਹੈ। ਦੂਸਰੀ, ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਇਨਫਲੇਸ਼ਨ ਦਾ ਬਹੁਤ ਵੱਡਾ ਇਸ਼ੂ ਹੈ। ਇਨਫਲੇਸ਼ਨ ਦੇ ਵਿੱਚ ਮੈਂ ਸਮਝਦਾ ਕਿ ਕੋਈ ਵੀ ਇੱਕ ਪੱਧਰ ਦੀ ਸਰਕਾਰ ਇਹ ਸਮੱਸਿਆ ਹੱਲ ਨਹੀਂ ਕਰ ਸਕਦੀ, ਇਸ ਗੱਲ ਨਾਲ ਆਪਾਂ ਜਾਣੂ ਹਾਂ, ਪਰ ਕੁਛ ਚੀਜ਼ਾਂ ਹੈ ਜਿਹੜੀਆਂ ਪ੍ਰੋਵਿੰਸ ਸਰਕਾਰ ਆ ਜਿਹੜੀ ਉਹਨੂੰ ਹੈਂਡਲ ਕਰ ਸਕਦੀ ਆ, ਉਹਨਾਂ ਨੂੰ ਕੰਟਰੋਲ ਕਰ ਸਕਦੀ ਆ। ਉਦਾਹਰਨ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਇੰਸ਼ੋਰੈਂਸ ਦੀ, ਫॉर ਐਗਜ਼ਾਮਪਲ ਜਿਹੜੀ ਗੱਡੀਆਂ ਦੀ ਆਟੋ ਇੰਸ਼ੋਰੈਂਸ ਹੈ, ਉਹ ਜਦੋਂ NDP ਦੀ ਗਵਰਨਮੈਂਟ ਸੀ ਉਹਨਾਂ ਨੇ ਕੈਪ ਕੀਤੀ ਸੀ ਕਿ ਜੇ ਕੋਈ ਕਲੇਮ ਵੀ ਆਉਂਦਾ ਜਾਂ ਕੋਈ ਉਹ ਇਨਕਰੀਜ਼ ਵੀ ਕਰਨਾ ਚਾਹੁੰਦੇ ਆ ਤਾਂ ਇੰਸ਼ੋਰੈਂਸ ਕੰਪਨੀ 1 ਸਾਲ ਦੇ ਵਿੱਚ 5% ਤੋਂ ਜ਼ਿਆਦਾ ਇਨਕਰੀਜ਼ ਨਹੀਂ ਸੀ ਕਰ ਸਕਦੀ। UCP ਨੇ ਆ ਕੇ ਉਹ ਜਿਹੜਾ ਇੰਸ਼ੋਰੈਂਸ ਦਾ ਕੈਪ ਆ ਉਹ ਹਟਾ ਦਿੱਤਾ ਸੀ। ਉਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਉਹ ਆਲਮੋਸਟ 60% ਇਨ ਸਮ ਕੇਸਿਸ ਉੱਪਰ ਗਈਆਂ। ਇਸ ਕਰਕੇ ਜੇ ਸਾਡੀ ਦੁਬਾਰਾ ਗਵਰਨਮੈਂਟ ਆਈ ਤਾਂ ਅਸੀਂ ਇਸ ਨੂੰ ਕੰਟਰੋਲ ਦੇ ਵਿੱਚ ਲਿਆ ਕੇ ਦੁਬਾਰਾ ਜਿਹੜਾ ਕੈਪ ਕਰਾਂਗੇ। ਇਹ ਅਸੀਂ ਆਲਰੇਡੀ ਕਮਿਟਮੈਂਟ ਕੀਤੀ ਹੈ ਲੋਕਾਂ ਨਾਲ। ਸੋ ਇਨਫਲੇਸ਼ਨ ਦਾ ਇਸ਼ੂ ਹੈ, ਯੂਟਿਲਿਟੀ ਬਿਲਸ ਇਸੇ ਤਰ੍ਹਾਂ ਵਧੇ ਹੈ। ਜੇ ਗੱਲ ਕਰੀਏ ਸਟੂਡੈਂਟਸ ਦੀ, ਜਿਹੜੇ ਬੱਚੇ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਦੇ ਵਿੱਚ, ਯੂਨੀਵਰਸਿਟੀ ਕਾਲਜਸ ਦੇ ਵਿੱਚ ਜਾਂਦੇ ਆ, ਉਹਨਾਂ ਦੀ ਫੀਸ ਹੈ ਜਿਹੜੀ ਪਿਛਲੇ 3 ਸਾਲ ਤੋਂ, ਜਦੋਂ ਤੋਂ ਇਹ ਸਰਕਾਰ ਬਣੀ ਹੈ 4 ਸਾਲ ਤੋਂ, ਹਰ ਸਾਲ ਵੱਧਦੀ ਆ ਰਹੀ ਹੈ। ਕਈ ਕੇਸਿਸ ਦੇ ਵਿੱਚ ਜਿਹੜੇ ਖਾਸ ਕਰਕੇ ਮੈਡੀਕਲ ਪ੍ਰੋਗਰਾਮਸ ਆ ਜਿਹਦੇ ਵਿੱਚ ਆਲਰੇਡੀ ਲੇਬਰ ਮਾਰਕੀਟ ਸ਼ਾਰਟੇਜ ਚੱਲ ਰਹੀ ਹੈ, ਸਾਨੂੰ ਮੈਡੀਕਲ ਜਿਹੜੇ ਪ੍ਰੋਫੈਸ਼ਨਲਸ ਮਾਰਕੀਟ 'ਚ ਮਿਲ ਨਹੀਂ ਰਹੇ, ਉਹਨਾਂ ਦੀ ਪੜ੍ਹਾਈ ਨੂੰ ਹੋਰ ਔਖਾ ਕਰ ਦਿੱਤਾ ਗਿਆ ਫੀਸ ਵਧਾ ਕੇ, ਔਰ ਕਈ ਕੋਰਸਿਸ ਦੇ ਵਿੱਚ 100% ਤੱਕ ਦੀ ਫੀਸ ਵੀ ਵਧੀ ਹੈ। ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਐਜੂਕੇਸ਼ਨ ਹੈ ਉਹ ਇੱਕ ਬੰਦੇ ਦਾ ਉਹ ਇੱਕ ਹਥਿਆਰ ਹੈ ਜਿਹਦੇ ਨਾਲ ਉਹ ਅੱਗੇ ਵੱਧ ਸਕਦਾ, ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦਾ। ਜ਼ਿੰਦਗੀ ਦੀਆਂ ਪੌੜੀਆਂ ਜਿਹੜੀਆਂ ਉਹ ਐਜੂਕੇਸ਼ਨ ਬਣਦੀ ਹੈ। ਜਦੋਂ ਕੋਈ ਹੋਰ ਚੀਜ਼ ਨਾ ਹੋਵੇ ਤਾਂ ਐਜੂਕੇਸ਼ਨ ਹਮੇਸ਼ਾ ਇਨਸਾਨ ਦੇ ਕੰਮ ਆਉਂਦੀ ਹੈ ਤੇ UCP ਸਰਕਾਰ ਨੇ ਉਹ ਐਜੂਕੇਸ਼ਨ ਦੇ ਜਿਹੜਾ ਹਾਸਲ ਕਰਨ ਦਾ ਇੱਕ ਜ਼ਰੀਆ ਹੈ ਉਹਦੇ ਵਿੱਚ ਬਹੁਤ ਵੱਡਾ ਅੜਿੱਕਾ ਫੀਸਾਂ ਵਧਾ ਕੇ ਲਾਇਆ। ਇਸ ਲਈ ਅਸੀਂ ਇਹ ਕਮਿਟ ਕੀਤਾ ਕਿ ਜੇ ਸਾਡੀ ਸਰਕਾਰ ਆਈ ਅਸੀਂ ਉਹ ਜਿਹੜੀਆਂ ਇਨਕਰੀਜ਼ ਕੀਤੀਆਂ ਗਈਆਂ ਫੀਸਿਸ ਆ ਉਹਨਾਂ ਨੂੰ ਰੋਲ ਬੈਕ ਕਰਕੇ ਵਾਪਸ ਉਹਨਾਂ ਤੇ ਕੈਪ ਲਾਵਾਂਗੇ, ਜਿਸ ਤਰ੍ਹਾਂ ਪਹਿਲਾਂ 15 ਤੋਂ 19 ਤੱਕ ਦੀ ਸਰਕਾਰ ਵੇਲੇ ਲਾਇਆ ਗਿਆ ਸੀ। ਬਿਲਕੁਲ ਜੀ, ਜਿੱਦਾਂ ਗੁਰਿੰਦਰ ਬਰਾੜ ਜੀ ਨੇ ਦੱਸਿਆ ਕਿ ਨਾਰਥ ਈਸਟ ਜਿਹੜੀ ਹੈ ਉਹ ਬਹੁਤ ਹੀ ਮਲਟੀਕਲਚਰਿਜ਼ਮ, ਡਾਇਵਰਸਿਟੀ ਵਾਲੀ ਜਿਹੜੀ ਬੱਸੋ ਵਾਲੀ ਇਹ ਰਾਈਡਿੰਗ ਹੈ, ਜਿਸ ਵਿੱਚ ਬਰਾੜ ਹੋਣਾ ਨੇ ਦੱਸਿਆ ਕਿ ਜਿਹੜੀ ਐਜੂਕੇਸ਼ਨ ਦਾ ਮੁੱਦਾ ਹੈ ਉਹ ਬਹੁਤ ਹੀ ਜਿਹੜਾ ਵੱਡਾ ਮੁੱਦਾ ਹੈ। ਇੱਥੇ ਲੈ ਕੇ ਐਜੂਕੇਸ਼ਨ ਨੂੰ ਲੈ ਕੇ, ਸਕੂਲ ਜਿਹੜਾ ਆ ਇੱਕ ਸਾਡੀ ਸਕੂਲ ਨੂੰ ਲੈ ਕੇ, ਐਜੂਕੇਸ਼ਨ ਦੀ ਪ੍ਰਣਾਲੀ ਨੂੰ ਲੈ ਕੇ ਜਿਹੜਾ ਆ ਉਹ ਪ੍ਰੋਪਰ ਜਿਹੜੇ ਉਹ ਇੱਥੇ ਇੰਤਜ਼ਾਮ ਜਿਹੜੇ ਨਹੀਂ ਕੀਤੇ ਗਏ। ਦੂਜੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਜੇ NDP ਸਰਕਾਰ ਜਿਹੜੀ ਆਉਂਦੀ ਹੈ ਤੇ ਉਹਨਾਂ ਵੱਲੋਂ ਜਿਹੜੀ ਐਜੂਕੇਸ਼ਨ ਦੀ ਜਿਹੜੀ ਪ੍ਰਾਇੋਰਟੀ ਆ ਉਹ ਪਹਿਲ ਦੇ ਆਧਾਰ ਤੇ ਦਿੱਤੀ ਜਾਏਗੀ। ਦੂਜੇ ਪਾਸੇ ਗੱਲ ਕਰਦੇ ਹਾਂ ਬਰਾੜ ਸਾਹਿਬ, ਜਿਹੜੀ ਹੈਲਥ ਨੂੰ ਲੈ ਕੇ ਜਿਹੜੀ ਸਾਡਾ ਹੈਲਥ ਸਿਸਟਮ ਹੈ ਤੇ ਉਸ ਨੂੰ ਲੈ ਕੇ ਲੋਕਾਂ ਦੇ ਬਹੁਤ ਸਾਰੇ ਜਿਹੜੇ ਆ ਸਵਾਲ ਨੇ ਕਿ ਲੋਕਾਂ ਨੂੰ 12-12 ਘੰਟੇ ਦੀ ਜਿਹੜੀ ਵੇਟਿੰਗ ਪੀਰੀਅਡ ਜਿਹੜੇ ਐਮਰਜੈਂਸੀ 'ਚ ਜਾ ਕੇ ਦਿੱਤੇ ਜਾ ਰਹੇ ਨੇ, ਪ੍ਰੋਪਰ ਜਿਹੜੀਆਂ ਸੇਵਾਵਾਂ ਆ ਉਹ ਅਲਬਰਟਸ ਨੂੰ ਨਹੀਂ ਮਿਲ ਰਹੀਆਂ, ਉਸ ਬਾਰੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਤੀਸਰਾ ਇਸ਼ੂ ਜਿਹੜਾ ਸੀ ਉਹ ਇਹੀ ਸੀਗਾ ਕਿ ਹੈਲਥ ਕੇਅਰ ਜਿਹੜਾ ਉਹ ਇਸ
ਇਸ ਟਾਈਮ ਕਿਓਸ ਦੇ ਵਿੱਚ ਹੈ। ਜਿਹੜੀ UCP ਦੀ ਗਵਰਨਮੈਂਟ ਆ ਉਹਨਾਂ ਦੀ ਬੇਸਿਕ ਜਿਹੜੀ ਆਈਡੀਓਲੋਜੀ ਹੈ, ਜਿਹੜਾ ਉਹਨਾਂ ਦਾ ਸੋਚਣ ਦਾ ਨਜ਼ਰੀਆ ਹੈ, ਉਹ ਇਹ ਹੈ ਕਿ ਹੈਲਥ ਕੇਅਰ ਆ ਜਿਹੜਾ ਉਹ ਪ੍ਰਾਈਵੇਟ ਹੋਣਾ ਚਾਹੀਦਾ। ਡੈਨੀਅਲ ਸਮਿਥ ਦੀਆਂ ਵੀਡੀਓਜ਼ ਹੈ, ਉਹਨਾਂ ਨੇ ਰਿਪੋਰਟ ਪਬਲਿਸ਼ ਕੀਤੀ 2021 ਦੇ ਵਿੱਚ ਸਕੂਲ ਆਫ ਪਬਲਿਕ ਪਾਲਿਸੀ ਯੂਨੀਵਰਸਿਟੀ ਆਫ ਕੈਲਗਰੀ ਦੇ ਨਾਲ। ਉਹਨਾਂ ਨੇ ਇੱਕ ਸਿੱਧੇ ਤੌਰ ਦੇ ਉੱਤੇ ਕਿਹਾ ਔਰ ਲਿਖ ਕੇ ਕਿਹਾ, ਬੋਲ ਕੇ ਕਿਹਾ ਕਿ ਜਿਹੜਾ ਹੈਲਥ ਕੇਅਰ ਆ ਉਹਦੇ ਵਿੱਚ ਯੂਜ਼ਰ ਫੀਸ ਇੰਟਰੋਡਿਊਸ ਹੋਣੀ ਚਾਹੀਦੀ ਹੈ, ਇੱਕ ਡੈਬਿਟ ਕਾਰਡ ਇੰਟਰੋਡਿਊਸ ਹੋਣਾ ਚਾਹੀਦਾ ਕਿ ਡਾਕਟਰ ਨੂੰ ਜਦੋਂ ਤੁਸੀਂ ਜਾਓ ਤਾਂ ਪੱਲਿਓਂ ਪੈਸੇ ਦੇਵੋ। ਆਪਾਂ ਜਿਹੜੀ ਆਪਣੀ NDP ਦੀ ਜਿਹੜੀ ਪਾਰਟੀ ਆ ਉਹ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਹੈਲਥ ਕੇਅਰ ਆ ਦੈਟਸ ਵਾਟ ਮੇਕਸ ਅਸ ਕੈਨੇਡੀਅਨ, ਕਿ ਅਸੀਂ ਉਹ ਇੱਕ ਕੈਨੇਡੀਅਨ ਸੋਸਾਇਟੀ ਦਾ ਇੱਕ ਪਿਲਰ ਹੈ ਕਿ ਅਸੀਂ ਕਿਸੇ ਵੀ ਕਲੀਨਿਕ ਦੇ ਵਿੱਚ ਵਾਕ ਇਨ ਕਰੀਏ ਸਾਨੂੰ ਹੈਲਥ ਕਾਰਡ ਦਿਖਾਉਣਾ ਪੈਂਦਾ, ਨਾ ਕਿ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਐਮਰਜੈਂਸੀ ਵੇਟ ਟਾਈਮਸ ਦੀ, ਐਂਬੂਲੈਂਸ ਵੇਟ ਟਾਈਮਸ ਦੀ, ਇਹ ਬਹੁਤ ਉੱਪਰ ਜਾ ਚੁੱਕੇ ਆ। ਰੈੱਡ ਅਲਰਟਸ ਜਿਹੜੇ ਆ ਐਡਮਿੰਟਨ ਸ਼ਹਿਰ ਦੇ, ਕੈਲਗਰੀ ਸ਼ਹਿਰ ਦੇ ਬਹੁਤ ਵਾਰ ਪਿਛਲੇ ਸਾਲ ਦੇਖਿਆ ਕਿ ਉਹਨਾਂ ਦਾ ਰੈਕਡ ਹਾਈ ਰਹੇ ਆ। ਇਸ ਲਈ ਉਹ ਸਾਰਾ ਇਹ ਹੈ ਕਿ ਉਹਨੂੰ ਸੈਂਟਰਲਾਈਜ਼ ਕਰਤਾ, ਉਹਦੇ ਉੱਤੇ ਕੱਟ ਲਾਏ ਗਏ ਹੈਲਥ ਕੇਅਰ ਦੇ ਉੱਤੇ, ਤੇ ਪੈਰਾਮੈਡਿਕਸ ਜਿਹੜੇ ਆ ਉਹਨਾਂ ਨੂੰ ਪ੍ਰੋਪਰ ਜਿਹੜੀ ਆ ਰਿਕਰੂਟਮੈਂਟ ਨਹੀਂ ਕੀਤੀ ਗਈ। ਇਸੇ ਤਰ੍ਹਾਂ ਨਰਸਿਸ, ਹੈਲਥ ਕੇਅਰ ਜਿਹੜੇ ਫਰੰਟ ਲਾਈਨ ਵਰਕਰਸ ਹੈ ਉਹਨਾਂ ਦੇ ਨਾਲ ਇੱਕ ਬਿਹੇਵੀਅਰ ਠੀਕ ਨਹੀਂ ਹੈ ਸਰਕਾਰ ਦਾ, ਤੇ ਇਸੇ ਤਰ੍ਹਾਂ ਡਾਕਟਰਸ ਦਾ ਕੰਟਰੈਕਟ ਪਾੜਿਆ ਗਿਆ ਹੈ ਸਰਕਾਰ ਦੇ ਵੱਲੋਂ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਆ ਉਹ ਇਕੱਲੇ ਪੈਸੇ ਲਈ ਕੰਮ ਨਹੀਂ ਕਰਦੇ, ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਉਂਦੇ ਆ, ਐਂਡ ਵੀ ਸ਼ੁੱਡ ਰਿਸਪੈਕਟ ਦੈਮ। ਔਰ ਅਸੀਂ ਜੇ ਸਰਕਾਰ ਦੇ ਵਿੱਚ ਆਏ ਤਾਂ ਇੱਕ ਹੈਲਥ ਕੇਅਰ ਪਲੇਟਫਾਰਮ ਡਿਫਰੈਂਟ ਰਿਲੀਜ਼ ਕੀਤਾ ਗਿਆ ਆਪਣੇ ਲੀਡਰ ਰੇਚਲ ਨੋਟਲੀ ਵੱਲੋਂ, ਜਿਹਨੂੰ ਆਪਾਂ ਹੈਲਥ ਕੇਅਰ ਟੀਮਸ ਕਹਿੰਦੇ ਆ, ਕਿ ਜਿਸ ਤਰ੍ਹਾਂ ਹਰੇਕ ਕਮਿਊਨਿਟੀ ਦੇ ਵਿੱਚ ਹੈਲਥ ਕੇਅਰ ਟੀਮਸ ਦਾ ਇੱਕ ਹੱਬ ਬਣਾਇਆ ਜਾਵੇ, ਜਿਹਦੇ ਵਿੱਚ ਡਾਕਟਰਸ, ਡਾਈਟੀਸ਼ੀਅਨ, ਜਿਹੜੇ ਆਪਣੇ ਫਿਜ਼ੀਓਥੈਰੇਪਿਸਟ, ਲੈਬ ਵਰਕ ਵਾਲੇ, ਨਰਸਿਸ, ਫਰੰਟ ਲਾਈਨ ਵਰਕਰਸ ਆ ਜਿਹੜੇ, ਉਹ ਸਾਰੇ ਜਿਹੜੇ ਇੱਕ ਜਗ੍ਹਾ ਤੇ ਬੈਠੇ ਹੋਣ ਤਾਂ ਕਿ ਹਸਪੀਟਲਸ ਤੋਂ ਪ੍ਰੈਸ਼ਰ ਘਟ ਸਕੇ, ਐਮਰਜੈਂਸੀ ਵੇਟ ਟਾਈਮਸ ਥੱਲੇ ਆ ਸਕਣ, ਤੇ ਜਿਹੜੀਆਂ ਐਂਬੂਲੈਂਸ ਵੇਟ ਟਾਈਮਸ ਆ ਉਹ ਥੱਲੇ ਆ ਸਕਣ, ਪਲੱਸ ਪੈਰਾਮੈਡਿਕਸ ਤੇ ਨਰਸਿਸ ਜਿਹੜੀਆਂ ਫਰੰਟ ਲਾਈਨ ਵਰਕਰਸ ਆ ਉਹਨਾਂ ਨੂੰ ਹਾਇਰ ਕੀਤਾ ਜਾਵੇ। ਤੀਸਰਾ ਜਿਹੜਾ ਮੈਂ ਇਹਦੇ ਵਿੱਚ ਸੋਚਦਾ ਹੁੰਦਾ ਕਿ, ਔਰ ਅਸੀਂ ਇਹ ਹਮੇਸ਼ਾ ਆਵਾਜ਼ ਵੀ ਉਠਾਉਂਦੇ ਆ ਇਸ ਗੱਲ ਤੇ, ਕਿ ਜਿਹੜੇ ਫੋਰਨ ਟ੍ਰੇਨਡ ਸਾਡੇ ਪ੍ਰੋਫੈਸ਼ਨਲਸ ਹੈਗੇ ਆ ਜਾਂ ਕੋਈ ਡਾਕਟਰਸ ਹੈ, ਉਹਨਾਂ ਦਾ ਇੱਕ ਸਮੂਥ ਪਾਥਵੇ ਜਿਹੜਾ ਹੋਣਾ ਚਾਹੀਦਾ, ਤਾਂ ਕਿ ਇੱਕ ਤਾਂ ਉਹ ਇਸ ਲੇਬਰ ਮਾਰਕੀਟ ਦੇ ਵਿੱਚ ਆਪਣੀ ਐਕਸਪਰਟੀਜ਼ ਆ ਜਿਹਦੇ ਵਿੱਚ ਉਹਨਾਂ ਦੀ ਉਹਦੇ ਵਿੱਚ ਉਹ ਮਾਰਕੀਟ 'ਚ ਆ ਸਕਣ, ਪਲੱਸ ਜਿਹੜਾ ਲੋਕਾਂ ਦੇ ਕੋਲੇ ਐਕਸੈਸ ਹੋਵੇ ਡਾਕਟਰਸ ਦਾ, ਲੋਕ ਐਕਸੈਸ ਕਰ ਸਕਣ ਫੈਮਿਲੀ ਡਾਕਟਰ ਨੂੰ, ਫਿਜ਼ੀਸ਼ੀਅਨ ਨੂੰ, ਪਲੱਸ ਜਿਹੜਾ ਹਸਪੀਟਲਸ ਦੇ ਵਿੱਚ ਫਰੰਟ ਲਾਈਨ ਨਰਸਿਸ ਹੈ ਉਹਦੀ ਘਾਟ ਪੂਰੀ ਕੀਤੀ ਜਾ ਸਕੇ। ਇਹਦੇ ਤੇ ਵੀ ਸਾਡੀ ਸਰਕਾਰ ਜ਼ਰੂਰ ਕੰਮ ਕਰੇਗੀ। ਬਿਲਕੁਲ ਜੀ। ਬਰਾੜ ਸਾਹਿਬ ਗੱਲ ਕਰਾਂਗੇ, ਰੀਸੈਂਟਲੀ ਜਿਹੜਾ ਆ UCP ਸਰਕਾਰ ਵੱਲੋਂ ਅਰੀਨਾ ਨੂੰ ਲੈ ਕੇ, ਕੈਲਗਰੀ ਅਰੀਨਾ ਨੂੰ ਲੈ ਕੇ ਇਹਨਾਂ ਨੇ ਇੱਕ ਫੰਡਿੰਗ ਜਿਹੜੀ ਅਨਾਉਂਸ ਕੀਤੀ ਗਈ ਆ 330 ਮਿਲੀਅਨ ਦੀ, ਤੇ ਉਹ ਕਾਫੀ ਦੇਰ ਦੇ ਵਿੱਚ ਉਹ ਲਿੰਬੋ 'ਚ ਸੀਗੀ। ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ, ਜਿਹੜੀ ਕੈਲਗਰੀ ਅਰੀਨਾ ਦੀ ਡੀਲ ਹੈਗੀ ਆ ਉਹ ਬੇਸਿਕਲੀ ਇਹਨਾਂ ਨੇ, ਉਹਦੇ ਵਿੱਚ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਗੱਲ ਇਹ ਹੈ ਕਿ ਜਿਹੜੀ ਉਹ ਡੀਲ ਆ ਉਹ ਉਹਨਾਂ ਨੇ ਉਹ ਕਹਿ ਰਹੇ ਆ ਕਿ 330 ਮਿਲੀਅਨ ਡਾਲਰ ਜਿਹੜਾ ਦਿੱਤਾ, ਉਹ ਜਿੰਨਾ ਚਿਰ ਕੈਬਨਿਟ ਅਪਰੂਵ ਨਹੀਂ ਕਰਦਾ ਉਹਨਾਂ ਚਿਰ ਉਹ ਡੀਲ ਫਾਰਵਰਡ ਨਹੀਂ ਹੋ ਸਕਦੀ, ਕਿਉਂਕਿ ਉਹ ਕੈਬਨਿਟ ਅਪਰੂਵਡ ਹੋਣੀ ਚਾਹੀਦੀ ਹੈ। ਇਹਨਾਂ ਦੀ ਗਵਰਨਮੈਂਟ ਦੀ ਕਿਉਂਕਿ ਕੈਬਨਿਟ ਬੈਠ ਨਹੀਂ ਰਿਹਾ, ਇਸ ਲਈ ਉਹ ਅਪਰੂਵ ਨਹੀਂ ਹੋਇਆ। ਉਹ ਸਿਰਫ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਸਾਨੂੰ ਵਾਪਸ ਵੋਟਾਂ ਪਾਓ। ਇਟਸ ਬੇਸਿਕਲੀ ਅ ਵੋਟ ਬਾਇੰਗ ਸਟ੍ਰੈਟਜੀ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜਿਹੜੀ 330 ਮਿਲੀਅਨ ਦੀ ਡੀਲ ਆ, ਓਵਰਆਲ ਜਿਹੜਾ ਇਹਦੇ ਕਾਸਟ $1 ਬਿਲੀਅਨ ਤੱਕ ਹੈਗੀ ਆ, ਤੇ ਉਹ ਵੇ ਮੋਰ ਦੈਨ ਵਾਟ ਇਟ ਯੂਜ਼ਡ ਟੂ ਬੀ ਇਨੀਸ਼ੀਅਲੀ। ਉਹਦੀਆਂ ਡੀਟੇਲਸ ਜਿਹੜੀਆਂ ਹੈਗੀਆਂ ਉਹ ਇਹਨਾਂ ਨੇ ਰਿਲੀਜ਼ ਨਹੀਂ ਕੀਤੀਆਂ। ਸੋ ਅਸੀਂ ਇੱਕ ਤਾਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਪਬਲਿਕ ਦਾ ਪੈਸਾ ਕਿਉਂਕਿ ਇਨਵੈਸਟ ਹੋ ਰਿਹਾ, ਉਹ ਪੈਸੇ ਦੇ ਨਾਲ ਜਿਹੜਾ ਨਾ ਲੋਕਾਂ ਨੂੰ ਡੀਟੇਲਸ ਦੱਸੀਆਂ ਜਾਣ, ਉਹਦੀਆਂ ਜਿਹੜੀਆਂ ਪੂਰੀ ਡੀਟੇਲ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ, ਤਾਂ ਕਿ ਲੋਕ ਦੇਖ ਸਕਣ ਕਿ ਕਿੰਨਾ ਪੈਸਾ ਕੌਣ ਦੇ ਰਿਹਾ, ਕਿੱਥੇ ਦੇ ਰਿਹਾ, ਕਾਹਦੇ ਤੇ ਇਨਵੈਸਟ ਹੋ ਰਿਹਾ, ਉਹਦੀਆਂ ਕੀ ਕੰਡੀਸ਼ਨਸ ਹਨ। ਤੇ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ 330 ਮਿਲੀਅਨ ਡਾਲਰ ਜਿਹੜੀ ਆ ਪ੍ਰੋਵਿੰਸ਼ੀਅਲ ਸਰਕਾਰ ਦੇ ਰਹੀ ਹੈ। ਕੈਲਗਰੀ ਨਾਰਥ ਈਸਟ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 5 ਕਮਿਊਨਿਟੀਜ਼ ਐਸੀਆਂ ਜਿਹਦੇ ਵਿੱਚ ਕੋਈ ਸਕੂਲ ਨਹੀਂ। ਇੱਕ ਹਾਈ ਸਕੂਲ ਜੇ ਅੱਜ ਇਹਨਾਂ ਨੇ ਕਾਰਨਰਸਟੋਨ ਦੇ ਵਿੱਚ ਬਣਾਉਣਾ, ਉਹਦੀ ਕਾਸਟ ਤਕਰੀਬਨ $70 ਮਿਲੀਅਨ ਹੈ, ਤੇ ਜੇ ਤੁਸੀਂ ਉਸ ਤੋਂ ਥੱਲੇ K9 K4 ਦੇ ਸਕੂਲ ਬਣਾਉਣੇ, ਉਹਨਾਂ ਦੀ ਕਾਸਟ ਹੋਰ 20 ਮਿਲੀਅਨ, ਕੋਈ $30 ਮਿਲੀਅਨ ਤੱਕ ਦੀ ਕਾਸਟ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹ ਪੈਸਾ ਪਹਿਲਾਂ ਉਹਨਾਂ ਲੋਕਾਂ ਦੀ ਜ਼ਰੂਰਤ ਪੂਰਾ ਕਰਨ ਦੇ ਵਿੱਚ ਲੱਗਣਾ ਚਾਹੀਦਾ ਕਿ ਸਕੂਲ ਬਣਾਏ ਜਾਣ, ਹੈਲਥ ਕੇਅਰ ਦੇ ਵਿੱਚ ਇਨਵੈਸਟ ਕੀਤਾ ਜਾਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਿਕ ਹਰ ਰੋਜ਼ ਜਿਨ੍ਹਾਂ ਦੀ ਲੋੜ ਪੈਂਦੀ ਹੈ ਉਹ ਪਹਿਲਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ। ਇਹ ਸਾਡਾ ਸਟੈਂਸ ਹੈ ਇਸ ਚੀਜ਼ ਤੇ। ਸੋ ਬਰਾੜ ਸਾਹਿਬ, ਬੇਸਿਕ ਮੁੱਦਿਆਂ ਦੀ ਗੱਲ ਹੈ, ਜਿਹੜੀ ਤੁਹਾਡੀ ਲੜਾਈ ਹੈ ਇਸ ਵਾਰ ਦੀ, ਉਹ ਬੇਸਿਕ ਮੁੱਦਿਆਂ ਨੂੰ ਲੈ ਕੇ ਹੈ, ਜਿਹੜੀ ਐਜੂਕੇਸ਼ਨ ਹੈਲਥ ਦਾ ਤੁਸੀਂ ਜ਼ਿਕਰ ਕਰਿਆ ਹੈ। ਦੂਜੇ ਪਾਸੇ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਵੀਅਰਸ ਨੂੰ ਇਹਨਾਂ ਵੋਟਾਂ ਨੂੰ ਲੈ ਕੇ, ਤੁਹਾਡੀ ਕੈਲਗਰੀ ਨਾਰਥ ਈਸਟ ਦੀ ਜਿਹੜੀ ਰਾਈਡਿੰਗ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਹਾਂਜੀ, ਜਦੋਂ ਵੀ ਤੁਸੀਂ ਕਿਸੇ ਪੋਲੀਟੀਸ਼ੀਅਨ ਦੀ ਇੰਟਰਵਿਊ ਕਰੋ ਕਿਸੇ ਵੀ ਇਲੈਕਸ਼ਨ ਦੇ ਵਿੱਚ, ਤਾਂ ਉਹਦਾ ਕਹਿਣਾ ਹਮੇਸ਼ਾ ਇਹੀ ਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਹੁਣ ਤੱਕ ਦੀਆਂ ਸਭ ਤੋਂ ਇੰਪੋਰਟੈਂਟ ਇਲੈਕਸ਼ਨਸ ਹੈ। ਤੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਇਲੈਕਸ਼ਨ ਹੈ ਉਹ ਹੁਣ ਤੱਕ ਦੀ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਹੈ। ਤੇ ਮੈਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਸ ਇਲੈਕਸ਼ਨ ਦੇ ਵਿੱਚ ਸਿਰਫ ਅਸੀਂ ਵੋਟ ਹੀ ਨਾ ਪਾਈਏ, ਅਸੀਂ ਇਸ ਇਲੈਕਸ਼ਨ ਦੇ ਵਿੱਚ ਇਹ ਫੈਸਲਾ ਕਰੀਏ ਕਿ ਕਿਹੜੀ ਪਾਰਟੀ ਲੋਕਾਂ ਦੇ ਵੱਲ ਦੀ ਹੈ,
ਤੇ ਕਿਹੜੀ ਪਾਰਟੀ ਲੋਕਾਂ ਦੇ ਖਿਲਾਫ ਹੈ। ਔਰ ਜਿਹੜੀ ਲੋਕਾਂ ਦੇ ਵੱਲ ਦੀ ਪਾਰਟੀ ਹੈ ਅਲਬਰਟਾ NDP ਹੈ ਜਿਹੜੀ, ਆਪਾਂ ਉਹਦੇ ਨਾਲ ਜੁੜ ਕੇ ਵਾਲੰਟੀਅਰ ਕਰੀਏ। ਜੇ ਨਹੀਂ ਵਾਲੰਟੀਅਰ ਕਰ ਸਕਦੇ, ਕੋਈ 10 5 20 25 100 ਡਾਲਰ ਜਿੰਨਾ ਵੀ ਸਾਡੀ ਵਿਹਤਾ ਅਸੀਂ ਉਹ ਡੋਨੇਟ ਕਰੀਏ। ਅਸੀਂ ਇਸ ਪਾਰਟੀ ਦਾ ਹਿੱਸਾ ਬਣੀਏ ਤਾਂ ਕਿ ਅਸੀਂ ਇੱਕ ਬੈਟਰ ਫਿਊਚਰ ਹੈ ਜਿਹੜਾ ਅਲਬਰਟਾ ਨੂੰ ਦੇ ਸਕੀਏ, ਤਾਂ ਕਿ ਇੱਕ ਅਸੀਂ ਹਸਪੀਟਲਸ ਦੇ ਵਿੱਚ ਇਨਵੈਸਟ ਕਰ ਸਕੀਏ, ਡਾਕਟਰਸ ਦੇ ਵਿੱਚ ਇਨਵੈਸਟ ਕਰ ਸਕੀਏ, ਅਸੀਂ ਸਕੂਲ ਬਣਾ ਸਕੀਏ, ਅਸੀਂ ਬੇਸਿਕ ਇਨਫਰਾਸਟ੍ਰਕਚਰ ਖੜਾ ਕਰ ਸਕੀਏ। ਅਸੀਂ ਇੱਕ ਉਹ ਪੋਸਟ ਸੈਕੰਡਰੀ ਕੈਂਪਸ ਜਿਹੜਾ ਕੈਲਗਰੀ ਡਾਊਨਟਾਊਨ ਨੂੰ ਰੀਵੈਟਲਾਈਜ਼ ਕਰੇਗਾ, $200 ਮਿਲੀਅਨ ਦੀ ਜਿਹੜੀ NDP ਨੇ ਕਮਿਟਮੈਂਟ ਕੀਤੀ ਹੈ, ਤੇ ਉੱਥੇ ਸਾਡੇ ਬੱਚੇ ਜਾਣ, ਉੱਥੇ ਪੜ੍ਹਨ, ਉਹਨਾਂ ਨੂੰ ਡਾਊਨਟਾਊਨ ਦੇ ਵਿੱਚ ਜੌਬਸ ਮਿਲਣ, ਇੱਕ ਦੁਬਾਰਾ ਰੀਵਾਈਟਲਾਈਜੇਸ਼ਨ ਕੈਲਗਰੀ ਡਾਊਨਟਾਊਨ ਦੀ ਹੋਵੇ। ਔਰ ਕੈਲਗਰੀ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਕੈਲਗਰੀ ਦੀ ਹਾਈਐਸਟ ਅਨਐਮਪਲੋਇਮੈਂਟ ਰੇਟ ਆ ਪੂਰੇ ਦੇਸ਼ ਦੇ ਵਿੱਚ। ਤਾਂ ਅਸੀਂ ਇਹ ਸਮਝਦੇ ਹਾਂ ਕਿ ਇੱਕ ਐਸੀ ਸਰਕਾਰ ਆਵੇ ਜਿਹੜੀ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਵੇ, ਨਾ ਕਿ ਸਿਰਫ ਵੋਟ ਬਾਇੰਗ ਸਟ੍ਰੈਟਜੀਜ਼ ਤੇ। ਬਿਲਕੁਲ ਜੀ। ਸੋ ਅੱਜ ਟਾਈਮਸ ਆਫ ਏਸ਼ੀਆ ਦੀ ਟੀਮ ਜਿਹੜੀ ਆ ਕੈਲਗਰੀ ਦੇ ਵਿੱਚ ਨਾਰਥ ਈਸਟ ਦੇ ਵਿੱਚ ਗੁਰਿੰਦਰ ਬਰਾੜ ਹੋਣਾ ਦੀ ਜਿਹੜੀ ਕੈਂਪੇਨ ਆਫਿਸ ਆ ਉਹਦੇ ਵਿੱਚ ਅਸੀਂ ਅੱਜ ਆ ਕੇ ਗੁਰਿੰਦਰ ਬਰਾੜ ਹੋਣਾ ਦੇ ਨਾਲ ਜਿਹੜੀ ਗੱਲਬਾਤ ਕੀਤੀ ਕਿ ਅਲਬਰਟਾ ਦਾ ਜਿਹੜਾ ਇਲੈਕਸ਼ਨ ਜਿਹੜਾ 2023 ਦਾ ਬਹੁਤ ਹੀ ਜਿਹੜਾ ਗੰਭੀਰ ਇਲੈਕਸ਼ਨ ਹੈ। ਇਸ ਵਾਰ ਜਿਹੜਾ ਕੈਲਗਰੀ ਆ ਉਹ ਇੱਕ ਬੈਟਲ ਗਰਾਊਂਡ ਹੈ ਇਸ ਇਲੈਕਸ਼ਨ ਨੂੰ ਲੈ ਕੇ। ਜਿਹੜਾ ਮੁੱਦੇ ਦੀ ਗੱਲ ਇਹਨਾਂ ਨੇ ਕਰੀ ਹੈ ਗੁਰਿੰਦਰ ਬਰਾੜ ਹੋਣਾ ਨੇ ਕਿ ਜਿਹੜਾ ਐਜੂਕੇਸ਼ਨ ਹੈਲਥ ਜਿਹੜਾ ਮੁੱਦਾ ਹੈ ਉਹ ਚਾਹੇ ਕੈਲਗਰੀ ਨੂੰ ਲੈ ਕੇ ਹੋਵੇ, ਚਾਹੇ ਉਹ ਨਾਰਥ ਈਸਟ ਦੀ ਪਾਰਟਿਕੂਲਰ ਰਾਈਡਿੰਗ ਨੂੰ ਲੈ ਕੇ ਹੋਵੇ ਜਾਂ ਓਵਰਆਲ ਅਲਬਰਟਾ ਨੂੰ ਲੈ ਕੇ ਹੋਵੇ। NDP ਪਾਰਟੀ ਜਿਹੜੀ ਆ ਅਗਰ ਦੁਬਾਰਾ ਫਾਰਮ 'ਚ ਆਉਂਦੀ ਹੈ, ਬਰਾੜ ਹੋਣਾ ਦਾ ਕਹਿਣਾ ਹੈ ਕਿ ਇਹਨਾਂ ਬੇਸਿਕ ਪ੍ਰਾਇੋਰਟੀਜ਼ ਦੇ ਉੱਪਰ ਜਿਹੜਾ ਆ ਉਹ ਪਹਿਲ ਦੇ ਆਧਾਰ ਤੇ ਉੱਪਰ ਕੰਮ ਕੀਤਾ ਜਾਏਗਾ। ਟਾਈਮਸ ਆਫ ਏਸ਼ੀਆ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮਸ ਆਫ ਏਸ਼ੀਆ ਨਾਲ। ਥੈਂਕ ਯੂ ਦੀਪਕ ਜੀ, ਥੈਂਕ ਯੂ ਤੁਹਾਡੀ ਸਾਰੀ ਟੀਮ ਦਾ, ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਆਫਿਸ ਪਹੁੰਚੇ, ਬਹੁਤ ਸਵਾਗਤ, ਬਹੁਤ ਥੈਂਕ ਯੂ ਤੁਹਾਡਾ, ਬਹੁਤ ਥੈਂਕ ਯੂ ਸੋ ਮਚ ਜੀ।